ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਬਰਨ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਭਾਰਤ ਸਰਕਾਰ ਵਿਦੇਸ਼ ਵਿੱਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਲਈ ਜਲਦ ਗਲੋਬਲ ਇੰਡੀਅਨ ਸਟੂਡੈਂਟ ਪੋਰਟਲ ਕਰੇਗੀ ਲਾਂਚ। ਆਸਟ੍ਰੇਲੀਆ ਨੇ ਅਸਥਾਈ ਵੀਜ਼ਾ ਧਾਰਕਾਂ ਲਈ ਭੇੜੇ ਆਪਣੇ ਬੂਹੇ। ਲੇਡੀ ਅਲ-ਕਾਇਦਾ ਦੀ ਰਿਹਾਈ ਲਈ ਬੰਦੀ ਬਣਾਏ 4 ਅਮਰੀਕੀ ਛੁਡਾਏ ਗਏ। ਹਮਲਾਵਰ ਢੇਰ। CDC ਨੇ ਮੰਨਿਆ ਕਿ ਕੱਪੜੇ ਦੇ ਮਾਸਕ ਹੋਰ ਮਾਸਕਾਂ ਵਾਂਗ ਨਹੀਂ ਹਨ ਪ੍ਰਭਾਵਸ਼ਾਲੀ। ਮਿਸੀਸਾਗਾ ਦੇ ਵਕੀਲ ਸ਼ਾਹਿਦ ਮਲਕ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਪ੍ਰੀ ਕੋਵਿਡ ਭਾਵ 2019 ਵਿੱਚ 5.99 ਲੱਖ ਵਿਦਿਆਰਥੀ ਵਿਦੇਸ਼ ਵਿੱਚ ਪੜ੍ਹਦੇ ਸਨ। ਦਸੰਬਰ 2021 ਵਿੱਚ ਇਹ ਅੰਕੜਾ 11.33 ਲੱਖ ਤੇ ਪਹੁੰਚ ਗਿਆ। ਮੌਜੂਦਾ ਸਮੇਂ 90 ਮੁਲਕਾਂ ਵਿੱਚ ਭਾਰਤੀ ਵਿਦਿਆਰਥੀ ਪੜ੍ਹਾਈ ਕਰ ਰਹੇ ਨੇ। ਕਰੋਨਾ ਦੀ ਪਹਿਲੀ ਲਹਿਰ ਵਿੱਚ ਪਾਬੰਦੀਆਂ ਤੋਂ ਬਾਅਦ 2020 ਵਿੱਚ ਵਿਦੇਸ਼ 'ਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਅੱਧੀ ਰਹਿ ਗਈ ਸੀ। ਇਸ ਦੌਰਾਨ ਕਈ ਆਨਲਾਈਨ ਮੋਡ ਤੇ ਸ਼ਿਫਟ ਹੋ ਗਏ। ਅਗਸਤ-ਸਤੰਬਰ 2020 ਵਿੱਚ ਬੰਦਸ਼ਾਂ 'ਚ ਢਿੱਲ ਮਿਲੇ ਤਾਂ ਵਿਦਿਆਰਥੀ ਔਨ ਕੈਂਪਸ ਮੋਡ ਵਿੱਚ ਸ਼ਿਫਟ ਹੋਣ ਲੱਗੇ। ਆਨਲਾਈਨ ਮੋਡ ਵਿੱਚ ਵਿਦੇਸ਼ ਵਿੱਚ ਰਜਿਸਟ੍ਰੇਸ਼ਨ ਕਰਵਾਉਣ ਨਾ ਸਿਰਫ ਸੌਖਾ ਤੇ ਸਸਤਾ ਸੀ, ਸਗੋਂ ਵੀਜ਼ੇ ਦਾ ਰਾਹ ਵੀ ਸਰਲ ਹੋ ਗਿਆ। ਵਿਦੇਸ਼ ਵਿੱਚ ਪੜ੍ਹਨ ਲਈ ਵਿਦਿਆਰਥੀਆਂ ਦੀ ਮਦਦ ਕਰਨ ਵਾਲੇ ਪਲੇਟਫਾਰਮ ਯੂਕੇਟ ਦੇ ਕੋ-ਫਾਊਂਡਰ ਸੁਮਿਤ ਜੈਨ ਨੇ ਦੱਸਿਆ ਕਿ ਕਰੋਨਾ ਕਾਲ ਵਿੱਚ ਵੱਡੀ ਗਿਣਤੀ 'ਚ ਵਿਦਿਆਰਥੀਆਂ ਨੇ ਵਿਦੇਸ਼ੀ ਸੰਸਥਾਵਾਂ 'ਚ ਰਜਿਸਟ੍ਰੇਸ਼ਨ ਕਰਵਾਈ। ਭਾਰਤ ਸਰਕਾਰ ਵਿਦੇਸ਼ ਵਿੱਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਲਈ ਜਲਦ ਗਲੋਬਲ ਇੰਡੀਅਨ ਸਟੂਡੈਂਟ ਪੋਰਟਲ ਲਾਂਚ ਕਰਨ ਜਾ ਰਹੀ ਹੈ। ਇਹ ਸਿੰਗਲ ਪੁਆਇੰਟ ਪਲੇਟਫਾਰਮ ਹੋਏਗਾ। ਆਸਟ੍ਰੇਲੀਆਈ ਸੰਘੀ ਸਰਕਾਰ ਨੇ 2021-22 ਦੇ ਬਜਟ ਵਿੱਚ ਦੇਸ਼ ਦੇ ਆਰਥਿਕ ਵਿਕਾਸ ਦੇ ਮੁੜ ਸਥਾਪਨ ਨੂੰ ਬਰਕਰਾਰ ਰੱਖਦਿਆਂ ਆਪਣੇ ਐਲਾਨਾਂ ਵਿੱਚ ਜਿੱਥੇ ਨੌਕਰੀਆਂ ਦਾ ਸਮਰਥਨ, ਨਵੀਂ ਪੀੜ੍ਹੀ ਲਈ ਡਿਜੀਟਲ ਹੁਨਰ, ਚੰਗੀਆਂ ਸਿਹਤ ਸੇਵਾਵਾਂ, ਸੁਰੱਖਿਆ ਬਜਟ ਵਿੱਚ ਵਾਧਾ ਅਤੇ ਔਰਤਾਂ ਲਈ ਵਿਸ਼ੇਸ਼ ਅਧਿਕਾਰ ਤੇ ਸੇਵਾਵਾਂ ਦੀ ਗਰੰਟੀ ਦਿੱਤੀ ਹੈ, ਉੱਥੇ ਅਸਥਾਈ ਵੀਜ਼ਾ ਧਾਰਕਾਂ ਤੇ ਕੌਮਾਂਤਰੀ ਪਾੜਿਆਂ ਦੇ ਭਵਿੱਖ ਬਾਰੇ ਬੇਯਕੀਨੀ ਹੈ, ਕਿਉਂਕਿ ਆਸਟ੍ਰੇਲੀਆ ਦੀਆਂ ਕੌਮਾਂਤਰੀ ਸਰਹੱਦਾਂ 2022 ਦੇ ਅੱਧ ਤੱਕ ਬੰਦ ਰਹਿਣਗੀਆਂ। ਮਾਹਰਾਂ ਅਨੁਸਾਰ ਆਸਟ੍ਰੇਲੀਆ ਕੌਮਾਂਤਰੀ ਵਿਦਿਆਰਥੀਆਂ ਦੀ ਛੋਟੀ ਪੜ੍ਹਾਈ ਵਾਪਸੀ ਦਾ ਵੀ ਇਜਾਜ਼ਤ ਦੇ ਸਕਦਾ ਹੈ। ਉਧਰ ਕੌਮਾਂਤਰੀ ਸਰਹੱਦਾਂ ਦੇ ਮੁੱਦੇ ਤੇ ਸਰਕਾਰ ਦੇ ਰੁਖ ਨੂੰ ਸਪਸ਼ਟ ਕਰਦਿਆਂ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਕਿਹਾ ਕਿ ਇਹ ਫੈਸਲਾ ਇੱਕ ਧਾਰਨਾ ਹੈ, ਪੱਕੀ ਨੀਤੀ ਨਹੀਂ। ਉਹ ਅਜਿਹੇ ਸਮੇਂ ਆਸਟ੍ਰੇਲੀਆਈ ਲੋਕਾਂ ਦੀ ਸਿਹਤ ਤੇ ਸੁਰੱਖਿਆ ਖਤਰੇ ਵਿੱਚ ਪਾਉਣ ਲਈ ਤਿਆਰ ਨਹੀਂ ਨੇ ਜਦੋਂ ਵਿਸ਼ਵ ਦੇ ਕਈ ਹਿੱਸਿਆਂ ਵਿੱਚ ਕਰੋਨਾ ਮਹਾਮਾਰੀ ਫੈਲ ਰਹੀ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਦੇਸ਼ ਦੇ ਆਰਥਿਕ ਸੁਧਾਰ ਨੂੰ ਹੁਲਾਰਾ ਦੇਣ ਲਈ ਸਰਹੱਦਾਂ ਨੂੰ ਹੌਲੀ-ਹੌਲੀ ਮੁੜ ਖੋਲ੍ਹਣ ਵੱਲ ਕਦਮ ਚੁੱਕਣ ਦੀ ਇੱਛੁਕ ਹੈ, ਪਰ ਉਦੋਂ ਹੀ ਅਜਿਹਾ ਕਰਨਾ ਸੁਰੱਖਿਅਤ ਹੋਏਗਾ। ਉਧਰ ਵਿਰੋਧੀ ਪਾਰਟੀਆਂ ਤੇ ਭਾਰਤੀ ਭਾਈਚਾਰੇ ਦੇ ਆਗੂਆਂ ਨੇ ਇਸ ਫੈਸਲੇ ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਸਰਹੱਦਾਂ ਨੂੰ ਮੁੜ ਖੋਲ੍ਹੇ ਜਾਣ ਦੀ ਉਡੀਕ ਵਿੱਚ ਬਹੁਤ ਸਾਰਾ ਸਮਾਂ ਬਰਬਾਦ ਹੋ ਗਿਆ। ਪਰਿਵਾਰਾਂ ਦਾ ਸਮੇਂ ਸਿਰ ਇਕੱਠਾ ਨਾ ਹੋਣਾ ਮਨੁੱਖਤਾ ਲਈ ਤਰਾਸਦੀ ਬਣਦਾ ਜਾ ਰਿਹਾ। ਟੈਕਸਾਸ ਵਿੱਚ ਅਮਰੀਕੀ ਨਾਗਰਿਕਾਂ ਨੂੰ ਬੰਦੀ ਬਣਾਏ ਜਾਣ ਦੇ ਮਾਮਲੇ ਵਿੱਚ ਸੁਰੱਖਿਆ ਫੋਰਸਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਗਵਰਨਰ ਗ੍ਰੇਸ ਐਬਾਟ ਨੇ ਟਵੀਟ ਕਰਕੇ ਪੁਸ਼ਟੀ ਕੀਤੀ ਹੈ ਕਿ ਅੱਤਵਾਦੀ ਦੇ ਚੁੰਗਲ 'ਚੋਂ ਸਾਰੇ ਬੰਦੀਆਂ ਨੂੰ ਛੁਡਾ ਲਿਆ ਗਿਆ। ਸਾਰੇ ਸੁਰੱਖਿਅਤ ਨੇ। ਉੱਥੇ ਹੀ ਸੁਰੱਖਿਆ ਫੋਰਸਾਂ ਦੀ ਗੋਲਾਬਾਰੀ ਵਿੱਚ ਸ਼ੱਕੀ ਮਾਰਿਆ ਗਿਆ। ਬੰਦੀਆਂ ਵਿੱਚ ਇੱਕ ਰੱਬੀ ਵੀ ਸ਼ਾਮਲ ਸੀ। ਵਾਈਟ ਹਾਊਸ ਮੁਤਾਬਕ ਬੰਦੀ ਦੀ ਸਥਿਤੀ ਬਾਰੇ ਰਾਸ਼ਟਰਪਤੀ ਜੋ ਬਾਈਡਨ ਨੂੰ ਜਾਣਕਾਰੀ ਦਿੱਤੀ ਗਈ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੈਨੇਟ ਨੇ ਕਿਹਾ ਕਿ ਉਹ ਸਥਿਤੀ ਤੇ ਨੇੜਿਓਂ ਨਜ਼ਰ ਰੱਖੇ ਹੋਏ ਨੇ। ਉਹਨਾਂ ਟਵਿੱਟਰ ਤੇ ਲਿਖਿਆ ਕਿ ਅਸੀਂ ਬੰਦੀਆਂ ਅਤੇ ਬਚਾਅ ਟੀਮ ਦੀ ਸੁਰੱਖਿਆ ਲਈ ਪ੍ਰਾਰਥਨਾ ਕਰਦੇ ਹਾਂ। ਹਮਲਾਵਰ ਨੇ ਅੱਤਵਾਦੀ ਆਫੀਆ ਸਦੀਕੀ ਨੂੰ ਰਿਹਾ ਕਰਵਾਉਣ ਲਈ ਇਹ ਹਮਲਾ ਕੀਤਾ ਸੀ। ਉਸਨੇ ਸੁਰੱਖਿਆ ਫੋਰਸਾਂ ਨੂੰ ਕਿਹਾ ਕਿ ਅਮਰੀਕਾ ਵਿੱਚ ਉਸਨੇ ਕਈ ਥਾਵਾਂ ਤੇ ਬੰਬ ਰੱਖੇ ਨੇ। ਇਸ ਤੋਂ ਇਲਾਵਾ ਉਸਨੇ 4 ਲੋਕਾਂ ਨੂੰ ਬੰਦੀ ਬਣਾ ਲਿਆ ਸੀ। ਹਾਲਾਂਕਿ ਇੱਕ ਬੰਦੀ ਨੂੰ ਸੁਰੱਖਿਆ ਫੋਰਸ ਪਹਿਲਾਂ ਹੀ ਛਡਾਉਣ ਵਿੱਚ ਕਾਮਯਾਬ ਰਹੀ। ਆਫੀਆ ਸਦੀਕੀ ਨੂੰ ਲੇਡੀ ਅਲ-ਕਾਇਦਾ ਵੀ ਕਹਿੰਦੇ ਨੇ। ਉਸਨੂੰ ਅਫਗਾਨ ਵਿੱਚ ਹਿਰਾਸਤ ਵਿੱਚ ਰਹਿੰਦੇ ਹੋਏ ਅਮਰੀਕੀ ਫੌਜੀ ਅਧਿਕਾਰੀਆਂ ਨੂੰ ਮਾਰਨ ਦੀ ਕੋਸ਼ਿਸ਼ ਕਾਰਨ ਦੋਸ਼ੀ ਠਹਿਰਾਇਆ ਗਿਆ ਸੀ। ਸਦੀਕੀ ਨੂੰ ਫਿਲਹਾਲ ਟੈਕਸਾਸ ਦੀ ਸੰਘੀ ਜੇਲ੍ਹ ਕਰਸੇਵਲ ਵਿੱਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਆਫੀਆ ਦਾ ਕਈ ਅੱਤਵਾਦੀ ਘਟਨਾਵਾਂ ਦੇ ਪਿੱਛੇ ਹੱਥ ਰਿਹਾ। ਉਹ ਇੱਕ ਨਿਊਰੋ ਸਾਇੰਟਿਸਟ ਵੀ ਹੈ। ਆਫੀਆ ਸਦੀਕੀ ਨੂੰ 2008 ਵਿੱਚ ਅਫਗਾਨਿਸਤਾਨ 'ਚ ਸਥਾਨਕ ਫੋਰਸਾਂ ਨੇ 2 ਕਿਲੋ ਜ਼ਹਿਰ ਸੋਡੀਅਮ ਸਾਇਨਾਈਡ ਦੇ ਨਾਲ ਗ੍ਰਿਫਤਾਰ ਕੀਤਾ ਸੀ। ਆਫੀਆ ਸਦੀਕੀ ਨੇ ਅਮਰੀਕੀ ਫੌਜੀ ਅਧਿਕਾਰੀਆਂ ਦੀ ਹੱਤਿਆ ਕਰਨ ਦੀ ਸਾਜ਼ਿਸ਼ ਰਚੀ ਸੀ। ਉਸਨੇ ਨਿਊਯਾਰਕ ਦੇ ਬਰੁਕਲਿਨ ਬ੍ਰਿਜ ਤੇ ਐਮਪਾਇਰ ਸਟੇਟ ਬਿਲਡਿੰਗ ਦੇ ਰਸਾਇਣਿਕ ਹਮਲਿਆਂ ਦੀ ਯੋਜਨਾ ਬਣਾਈ। ਉਸਨੇ 21 ਸਾਲ ਦੀ ਉਮਰ ਵਿੱਚ ਆਪਣੀਆਂ ਸਹੇਲੀਆਂ ਦਰਮਿਆਨ ਇਹ ਗੱਲ ਕਹੀ ਸੀ ਕਿ ਉਸਨੂੰ FBI ਦੀ ਮੋਸਟ ਵਾਂਟਡ ਲਿਸਟ ਵਿੱਚ ਸ਼ਾਮਲ ਹੋਣ ਤੇ ਮਾਣ ਹੋਏਗਾ। ਉਸਨੇ 1993 ਵਿੱਚ ਕਿਹਾ ਸੀ ਕਿ ਉਹ ਮੁਸਲਿਮ ਭਰਾਵਾਂ ਤੇ ਭੈਣਾਂ ਦੀ ਮਦਦ ਲਈ ਕੁਝ ਕਰਨਾ ਚਾਹੁੰਦੀ ਹੈ, ਭਾਵੇਂ ਇਸ ਦੇ ਲਈ ਕਾਨੂੰਨ ਤੋੜਨਾ ਕਿਉਂ ਨਾ ਪਵੇ।
ਆਪਣੇ ਮੁਕੱਦਮੇ ਦੀ ਸੁਣਵਾਈ ਵਿੱਚ ਆਫੀਆ ਸਦੀਕੀ ਨੇ ਮੰਗ ਕੀਤੀ ਸੀ ਕਿ ਇਹ ਦੇਖਣ ਲਈ ਹਰੇਕ ਜਿਊਰੀ ਮੈਂਬਰ ਦਾ DNA ਪਰੀਖਣ ਕਰਵਾਇਆ ਜਾਵੇ ਕਿ ਕਿਤੇ ਉਹ ਯਹੂਦੀ ਤਾਂ ਨਹੀਂ ਨੇ। ਅੱਤਵਾਦੀ ਸਦੀਕੀ ਮਾਮਲੇ ਵਿੱਚ ਪਾਕਿਸਤਾਨ ਦਾ ਅੱਤਵਾਦ ਨੂੰ ਉਤਸ਼ਾਹ ਕਰਨ ਸੰਬੰਧੀ ਨਾਪਾਕ ਚਿਹਰਾ ਸਾਹਮਣੇ ਆਇਆ। ਜਦੋਂ ਅਮਰੀਕਾ ਨੇ ਸਦੀਕੀ ਦੀ ਗ੍ਰਿਫਤਾਰੀ ਸੰਬੰਧੀ ਸੂਚਨਾ ਦਿੱਤੀ ਤਾਂ ਰਿਹਾਈ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ, ਵਿਦੇਸ਼ ਮੰਤਰੀ ਅਤੇ ਰਾਸ਼ਟਰਪਤੀ ਨੇ ਆਪਣੇ ਹਮਹੁੱਦਾ ਤੇ ਦਬਾਅ ਬਣਾਇਆ ਅਤੇ ਪਾਕਿਸਤਾਨੀ ਸੀਨੇਟ ਨੇ ਵੀ ਅਮਰੀਕਾ ਤੋਂ ਉਸ ਨੂੰ ਮੁਕਤ ਕਰਨ ਦੀ ਅਪੀਲ ਕੀਤੀ। ਉੱਥੇ ਅਫਗਾਨਿਸਤਾਨ ਵਿੱਚ ਯੁੱਧ ਦੌਰਾਨ ਪਾਕਿਸਤਾਨ ਨੇ ਅਮਰੀਕੀ ਫੌਜੀਆਂ ਦਾ ਸਮਾਨ ਸਪਲਾਈ ਕਰਨ ਤੇ ਰੋਕ ਲਗਾ ਦਿੱਤੀ। ਗਲੋਬਲ ਪੱਧਰ ਤੇ ਫੈਲੀ ਕਰੋਨਾ ਮਹਾਮਾਰੀ ਤੋਂ ਬਚਾਉਣ ਲਈ ਟੀਕਾਕਰਨ ਕਰਵਾਉਣਾ, ਮਾਸਕ ਪਾਉਣਾ ਅਤੇ ਉਚਿਤ ਦੂਰੀ ਬਣਾਏ ਰੱਖਣਾ ਮਹੱਤਵਪੂਰਨ ਉਪਾਅ ਨੇ। ਇਸ ਦੌਰਾਨ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਨੇ ਸ਼ੁੱਕਰਵਾਰ ਨੂੰ ਵੱਖ-ਵੱਖ ਕਿਸਮਾਂ ਦੇ ਮਾਸਕਾਂ ਤੇ ਆਪਣਾ ਰੁਖ ਸਪਸ਼ਟ ਕੀਤਾ ਹੈ, ਇਹ ਮੰਨਦੇ ਹੋਏ ਕਿ ਅਮਰੀਕੀਆਂ ਦੁਆਰਾ ਅਕਸਰ ਪਾਏ ਜਾਣ ਵਾਲੇ ਕੱਪੜੇ ਦੇ ਮਾਸਕ ਸਰਜੀਕਲ ਮਾਸਕ ਜਾਂ ਸਾਹ ਲੈਣ ਵਾਲੇ ਉਪਕਰਨਾਂ ਦੇ ਰੂਪ ਵਿੱਚ ਵਾਧੂ ਸੁਰੱਖਿਆ ਪ੍ਰਦਾਨ ਨਹੀਂ ਕਰਦੇ। ਹਾਲਾਂਕਿ ਇਹ ਸਮਾਨਤਾ ਆਮ ਲੋਕਾਂ ਲਈ ਵਿਆਪਕ ਤੌਰ ਤੇ ਜਾਣੀ ਜਾਂਦੀ ਹੈ। ਇਸ ਅਪਡੇਟ ਵਿੱਚ ਪਹਿਲੀ ਵਾਰ CDC ਨੇ ਸਪਸ਼ਟ ਤੌਰ ਤੇ ਅੰਤਰ ਨੂੰ ਦੱਸਿਆ ਹੈ। ਇਹ ਪਰਿਵਰਤਨ ਉਦੋਂ ਹੋਇਆ ਹੈ ਜਦੋਂ ਬਹੁਤ ਜ਼ਿਆਦਾ ਛੂਤਕਾਰੀ ਓਮਿਕਰੌਨ ਵੈਰੀਐਂਟ ਨਾਲ ਲਾਗ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ। ਕੁਝ ਮਾਹਿਰਾਂ ਨੇ ਕਿਹਾ ਕਿ ਕੱਪੜੇ ਦੇ ਮਾਸਕ ਵੈਰੀਐਂਟ ਤੋਂ ਬਚਾਉਣ ਲਈ ਨਾਕਾਫੀ ਨੇ। ਸਿਫਾਰਸ਼ਾਂ ਦੇ ਪਿਛਲੇ ਸੰਸਕਰਣ ਵਿੱਚ ਕਿਹਾ ਗਿਆ ਸੀ ਕਿ ਵਿਅਕਤੀ ਜਦੋਂ ਸਪਲਾਈ ਉਪਲਬਧ ਹੋਵੇ ਮਾਸਕ ਦੀ ਬਜਾਏ ਡਿਸਪੋਜ਼ੇਬਲ N95 ਰੈਸਪੀਰੇਟਰ ਦੀ ਵਰਤੋਂ ਕਰਨਾ ਚੁਣ ਸਕਦੇ ਨੇ। N95 ਰੈਸਪੀਰੇਟਰ ਇਸ ਲਈ ਨਾਮ ਦਿੱਤਾ ਗਿਆ ਹੈ ਕਿਉਂਕਿ ਉਹ ਸਹੀ ਢੰਗ ਨਾਲ ਵਰਤੇ ਜਾਣ ਤੇ ਸਾਰੇ ਹਵਾ ਵਾਲੇ ਕਣਾਂ ਦੇ 95% ਨੂੰ ਫਿਲਟਰ ਕਰ ਸਕਦੇ ਨੇ। ਮਹਾਮਾਰੀ ਦੇ ਸ਼ੁਰੂ ਵਿੱਚ ਇਹ ਘੱਟ ਸਪਲਾਈ ਵਿੱਚ ਸਨ। ਉਸ ਸਮੇਂ CDC ਅਤੇ ਵਿਸ਼ਵ ਸਿਹਤ ਸੰਗਠਨ ਦੋਵਾਂ ਨੇ ਬਾਰ-ਬਾਰ ਕਿਹਾ ਕਿ ਆਮ ਨਾਗਰਿਕਾਂ ਨੂੰ ਮਾਸਕ ਪਹਿਨਣ ਦੀ ਜ਼ਰੂਰਤ ਨਹੀਂ ਹੈ ਜਦੋਂ ਤੱਕ ਉਹ ਬਿਮਾਰ ਅਤੇ ਖੰਘਣ ਦੀ ਸਮੱਸਿਆ ਨਾਲ ਪੀੜਤ ਨਹੀਂ ਨੇ। CDC ਨੇ ਇਹ ਵੀ ਕਿਹਾ ਕਿ ਨਿਯਮਿਤ ਸਰਜੀਕਲ ਮਾਸਕ ਡਾਕਟਰਾਂ ਅਤੇ ਨਰਸਾਂ ਲਈ ਇੱਕ ਸਵੀਕਾਰਯੋਗ ਵਿਕਲਪ ਸਨ। ਆਲੋਚਕਾਂ ਨੇ ਦੋਸ਼ ਲਗਾਇਆ ਕਿ ਸਿਫਾਰਸ਼ਾਂ ਇਸ ਗੱਲ ਤੇ ਆਧਾਰਿਤ ਨਹੀਂ ਸਨ ਕਿ ਅਮਰੀਕੀਆਂ ਦੀ ਸਭ ਤੋਂ ਵਧੀਆ ਸੁਰੱਖਿਆ ਕੀ ਹੋਏਗੀ। ਜਦੋਂ CDC ਨੇ ਅੰਤ ਵਿੱਚ ਆਮ ਅਮਰੀਕੀਆਂ ਲਈ ਮਾਸਕ ਦੀ ਸਿਫਾਰਿਸ਼ ਕੀਤੀ ਤਾਂ ਇਸਨੇ ਕੱਪੜੇ ਦੇ ਮਾਸਕ ਨਾਲ ਚਿਹਰੇ ਨੂੰ ਢੱਕਣ ਤੇ ਜ਼ੋਰ ਦਿੱਤਾ। CDC ਅਤੇ WHO ਨੂੰ ਇਸ ਗੱਲ ਨੂੰ ਮੰਨਣ ਵਿੱਚ ਹੋਰ ਮਹੀਨੇ ਲੱਗ ਗਏ ਕਿ ਕਰੋਨਾ ਵਾਇਰਸ ਨੂੰ ਐਰੋਸੋਲ ਨਾਮਕ ਛੋਟੀਆਂ ਬੂੰਦਾਂ ਦੁਆਰਾ ਲਿਜਾਇਆ ਜਾ ਸਕਦਾ ਹੈ ਜੋ ਘੰਟਿਆਂ ਤੱਕ ਘਰ ਦੇ ਅੰਦਰ ਰਹਿ ਸਕਦਾ ਹੈ। CDC ਦੇ ਮਾਸਕ ਦੇ ਨਵੇਂ ਵਰਣਨ ਦੇ ਅਨੁਸਾਰ ਢਿੱਲੇ ਦੇ ਤੌਰ ਤੇ ਬੁਣੇ ਹੋਏ ਕੱਪੜੇ ਤੇ ਉਤਪਾਦ ਘੱਟ ਤੋਂ ਘੱਟ ਸੁਰੱਖਿਆ ਪ੍ਰਦਾਨ ਕਰਦੇ ਨੇ ਅਤੇ ਪਰਤ ਵਾਲੇ ਬਰੀਕ ਬੁਣੇ ਉਤਪਾਦ ਵਧੇਰੇ ਸੁਰੱਖਿਆ ਦਿੰਦੇ ਨੇ। ਚੰਗੀ ਤਰ੍ਹਾਂ ਫਿਟਿੰਗ ਵਾਲੇ ਡਿਸਪੋਜ਼ੇਬਲ ਸਰਜੀਕਲ ਮਾਸਕ ਅਤੇ KN95 ਰੈਸਪੀਰੇਟਰ ਮਾਸਕ ਦੀ ਇੱਕ ਹੋਰ ਕਿਸਮ ਸਾਰੇ ਕੱਪੜੇ ਦੇ ਮਾਸਕ ਨਾਲੋਂ ਵਧੇਰੇ ਸੁਰੱਖਿਆ ਵਾਲੇ ਹੁੰਦੇ ਨੇ। ontario ਦੀ ਪੀਲ ਰੀਜਨਲ ਪੁਲਿਸ ਨੇ ਗਾਹਕਾਂ ਨਾਲ ਧੋਖਾਧੜੀ ਕਰਨ ਦੇ ਦੋਸ਼ ਵਿੱਚ ਮਿਸੀਸਾਗਾ ਦੇ ਵਕੀਲ ਸ਼ਾਹਿਦ ਮਲਿਕ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਨੇ। ਸ਼ਾਹਿਦ ਦੇ ਦੋਸ਼ ਹੈ ਕਿ ਉਸਨੇ ਰੀਅਲ ਅਸਟੇਟ ਨਾਲ ਸੰਬੰਧਿਤ ਟ੍ਰਾਂਜੈਕਸ਼ਨ ਰਾਹੀਂ ਗਾਹਕਾਂ ਨਾਲ $7.5 ਮਿਲੀਅਨ ਦੀ ਧੋਖਾਧੜੀ ਕੀਤੀ, ਜਿਸ ਕਾਰਨ ਉਹਨਾਂ ਨੂੰ ਵੱਡਾ ਵਿੱਤੀ ਨੁਕਸਾਨ ਝੱਲਣਾ ਪਿਆ। ontario ਦੀ ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਮਿਸੀਸਾਗਾ ਵਿੱਚ ਸ਼ਾਹਿਦ ਮਲਿਕ ਲਾ ਆਫਿਸ ਸਥਿਤ ਹੈ, ਜਿਸ ਦੇ ਮਲਿਕ ਤੇ ਆਪਰੇਟਰ 41 ਸਾਲਾ ਵਕੀਲ ਸ਼ਾਹਿਦ ਮਲਿਕ ਨੇ। ਕਈ ਗਾਹਕਾਂ ਨੇ ਪਿਛਲੇ ਸਾਲ ਜੂਨ 2021 ਤੋਂ ਦਸੰਬਰ 2021 ਤੱਕ ਆਪਣੀਆਂ ਰੀਅਲ ਅਸਟੇਟ ਟ੍ਰਾਂਜੈਕਸ਼ਨਸ ਲਈ ਸ਼ਾਹਿਦ ਮਲਿਕ ਦੀਆਂ ਸੇਵਾਵਾਂ ਲਈਆਂ ਸਨ। ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਕੋਲੀਵਿਲੇ ਸ਼ਹਿਰ ਦੇ ਇੱਕ ਚਰਚ ਵਿੱਚ ਹਥਿਆਰਬੰਦ ਵਿਅਕਤੀ ਨੇ ਲੋਕਾਂ ਨੂੰ ਚਰਚ ਦੇ ਅੰਦਰ ਬੰਦਕ ਬਣਾ ਲਿਆ। ਇਸ ਵਿਅਕਤੀ ਨੇ ਪਾਕਿਸਤਾਨੀ ਅੱਤਵਾਦੀ ਦੀ ਜੇਲ੍ਹ ਤੋਂ ਰਿਹਾਈ ਦੀ ਮੰਗ ਰੱਖੀ ਸੀ। ਇਸ ਵਿਅਕਤੀ ਨੇ 10 ਘੰਟੇ ਤੱਕ ਲੋਕਾਂ ਨੂੰ ਬੰਦਕ ਬਣਾ ਕੇ ਰੱਖਿਆ ਅਤੇ ਪੁਲਿਸ ਦੇ ਕਮਾਂਡੋ ਆਪਰੇਸ਼ਨ ਤੋਂ ਬਾਅਦ ਸਾਰੇ ਬੰਦਕਾਂ ਨੂੰ ਰਿਹਾ ਕਰਵਾਉਣ ਲਈ ਲਿਆ ਅਤੇ ਬੰਦਕ ਬਣਾਉਣ ਵਾਲੇ ਅੱਤਵਾਦੀ ਨੂੰ ਮਾਰ ਮੁਕਾਇਆ। ਸੂਬੇ ਦੇ ਗਵਰਨਰ ਗ੍ਰੇਗ ਐਬੋਟ ਨੇ ਦੱਸਿਆ ਕਿ ਉਹਨਾਂ ਨੂੰ ਇਹ ਜਾਣਕਾਰੀ ਮਿਲੀ ਹੈ ਕਿ ਘਟਨਾ ਸਥਾਨ ਤੇ ਜ਼ੋਰਦਾਰ ਧਮਾਕਾ ਹੋਇਆ ਅਤੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਨੇ, ਪਰ ਅਜਿਹਾ ਨਹੀਂ ਸੀ। ਉਹਨਾਂ ਨੇ ਕਿਹਾ ਕਿ ਪੁਲਿਸ ਨੇ ਸਮੇਂ ਸਿਰ ਕਾਰਵਾਈ ਕਰਕੇ ਹਥਿਆਰਬੰਦ ਵਿਅਕਤੀ ਨੂੰ ਮਾਰ ਮੁਕਾਇਆ ਅਤੇ ਸਾਰੇ ਬੰਦਕਾਂ ਨੂੰ ਬਿਨਾਂ ਕਿਸੇ ਨੁਕਸਾਨ ਦੇ ਰਿਹਾ ਕਰਵਾਇਆ। ਇਹ ਅਜੇ ਸਪਸ਼ਟ ਨਹੀਂ ਹੋ ਸਕਿਆ ਕਿ ਕਿੰਨੇ ਲੋਕਾਂ ਨੂੰ ਬੰਦਕ ਬਣਾਇਆ ਗਿਆ ਸੀ। ਕੋਲੀਵਿਲੇ ਦੇ ਪੁਲਿਸ ਮੁਖੀ ਮਾਈਕਲ ਮਿਲਰ ਨੇ ਮੀਡੀਆ ਨੂੰ ਦੱਸਿਆ ਕਿ ਦੋਸ਼ੀ ਦੀ ਮੌਤ ਹੋ ਚੁੱਕੀ ਹੈ ਤੇ ਸਾਰੇ ਬੰਦਕ ਸੁਰੱਖਿਅਤ ਬਾਹਰ ਕੱਢ ਲਏ ਗਏ ਨੇ। ਬੰਦਕਾਂ ਦੀ ਗਿਣਤੀ ਬਾਰੇ ਅਜੇ ਸਪਸ਼ਟ ਨਹੀਂ ਹੋ ਸਕਿਆ। ਇਸ ਕਾਰਵਾਈ ਨਾਲ ਅਮਰੀਕਾ ਦੇ ਯਹੂਦੀ ਸੰਗਠਨਾਂ ਨੂੰ ਅਤੇ ਇਜ਼ਰਾਈਲ ਸਰਕਾਰ ਨੂੰ ਵੀ ਚਿੰਤਾ ਪਾ ਦਿੱਤੀ ਹੈ। ਟੈਨੇਸੀ ਦੀ ਇੱਕ ਔਰਤ ਜੋ ਹੁਣ 74 ਸਾਲ ਦੀ ਹੋ ਗਈ ਹੈ ਨੂੰ ਆਪਣੀ ਭਤੀਜੀ ਦੀ ਧੀ ਦੀ ਹੱਤਿਆ ਦੇ ਮਾਮਲੇ ਵਿੱਚ ਗਲਤ ਤੌਰ ਤੇ ਦੋਸ਼ੀ ਕਰਾਰ ਦੇਣ ਕਾਰਨ 27 ਸਾਲ ਜੇਲ੍ਹ ਵਿੱਚ ਬਿਤਾਉਣੇ ਪਏ।
35 ਸਾਲ ਬਾਅਦ ਹੁਣ ਉਸ ਨੂੰ ਦੋਸ਼ ਮੁਕਤ ਕਰਾਰ ਕਰ ਦਿੱਤਾ ਗਿਆ। ਡੇਵਿਡਸਨ ਕਾਉਂਟੀ ਦੀ ਕ੍ਰਿਮੀਨਲ ਅਦਾਲਤ ਵਿੱਚ ਦਾਇਰ ਕੀਤੀ ਗਈ ਰਿਪੋਰਟ ਅਨੁਸਾਰ 26 ਜਨਵਰੀ 1987 ਨੂੰ ਜੋਇਸੀ ਤੇ ਉਸ ਦਾ ਤਤਕਾਲ ਦੋਸਤ ਚਾਰਲੀ ਡੂਨ 4 ਸਾਲਾ ਬੱਚੀ ਬਰਾਂਡੀ ਨੂੰ ਕੈਂਟਕੀ ਵਿੱਚੋਂ ਲੈਣ ਗਏ ਸਨ। ਅਗਲੀ ਸਵੇਰ ਨੂੰ ਬਰਾਂਡੀ ਬੇਹੋਸ਼ ਹੋ ਗਈ, ਜਿਸ ਤੇ ਜੋਇਸੀ ਨੈਸ਼ਵਿਲੇ ਮੈਮੋਰੀਅਲ ਹਸਪਤਾਲ ਲੈ ਗਈ। ਬਰਾਂਡੀ ਦੇ ਜੌਨੀ ਵਿੱਚ ਗੰਭੀਰ ਜ਼ਖਮ ਸਨ ਤੇ ਉਸਦੇ ਸਿਰ ਵਿੱਚ ਸੱਟ ਲੱਗੀ ਸੀ। ਅਗਲੇ ਦਿਨ ਬਰਾਂਡੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਰਿਪੋਰਟ ਅਨੁਸਾਰ ਬਰਾਂਡੀ ਦੇ ਨਾਲ ਵਾਟਕਿੰਸ ਤੇ ਡੂਨ 9 ਘੰਟੇ ਰਹੇ। ਮੈਡੀਕਲ ਮਾਹਿਰ ਡਾਕਟਰ ਗ੍ਰੇਟਰ ਹਰਨਲ ਇਸ ਸਿੱਟੇ ਉੱਪਰ ਪੁੱਜੇ ਕਿ ਬੱਚੀ ਦੇ ਸੱਟਾਂ ਇਸ ਸਮੇਂ ਦੌਰਾਨ ਹੀ ਲੱਗੀਆਂ ਨੇ। ਇਸ ਤੋਂ 1 ਸਾਲ ਬਾਅਦ ਅਗਸਤ 1988 ਵਿੱਚ ਵਾਟਕਿੰਸ ਤੇ ਡੂਨ ਨੂੰ ਫਸਟ ਡਿਗਰੀ ਹੱਤਿਆ ਲਈ ਜ਼ਬਰ ਜਨਾਹ ਤੇ ਦੋਸ਼ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਸੀ। 2015 ਵਿੱਚ ਜ਼ਮਾਨਤ ਹੋਣ ਤੋਂ ਪਹਿਲਾਂ ਦੋਨਾਂ ਨੇ 27 ਸਾਲ ਜੇਲ੍ਹ ਵਿੱਚ ਬਿਤਾਏ, ਪਰ ਡੂਨ ਦੀ ਜ਼ਮਾਨਤ ਉੱਪਰ ਰਿਹਾਈ ਤੋਂ ਪਹਿਲਾਂ ਹੀ ਜੇਲ੍ਹ ਵਿੱਚ ਮੌਤ ਹੋ ਗਈ। ਇਸ ਸਮੇਂ ਦੌਰਾਨ ਕੈਂਟਕੀ ਦਾ ਸਮਾਜਿਕ ਸੇਵਾਵਾਂ ਬਾਰੇ ਵਿਭਾਗ ਦਾ ਇੱਕ ਵਰਕਰ ਰੋਜ਼ ਵਿਲੀਅਮਸ ਦੇ ਉਸ ਘਰ ਵਿੱਚ ਬਾਰ-ਬਾਰ ਗਿਆ ਜਿੱਥੇ ਬਰਾਂਡੀ ਆਪਣੀ ਵੱਡੀ ਚਾਚੀ ਕੋਲ ਰਹਿੰਦੀ ਸੀ, ਜਿੱਥੋਂ ਵਾਟਕਿੰਸ ਤੇ ਡੂਨ ਨੇ ਉਸ ਨੂੰ ਲਿਆ ਸੀ। ਉਸ ਸਮੇਂ ਬਰਾਂਡੀ ਦੀ ਮਾਂ ਜਾਰਜੀਆ ਵਿੱਚ ਸੀ। ਵਿਲਜ਼ੀਅਮ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਕਿ ਬਰਾਂਡੀ ਖੇਡ ਮੈਦਾਨ ਵਿੱਚ ਜ਼ਖਮੀ ਹੋਈ ਸੀ ਤੇ ਇਸ ਉਪਰੰਤ ਕੇਸ ਦੀ ਜਾਂਚ ਬੰਦ ਕਰ ਦਿੱਤੀ ਗਈ। ਹੁਣ 35 ਸਾਲ ਬਾਅਦ ਵਾਟਕਿੰਸ ਤੇ ਡੂਨ ਨੂੰ ਦੋਸ਼ ਮੁਕਤ ਕਰਾਰ ਦਿੱਤਾ ਗਿਆ। ਡਿਸਟ੍ਰਿਕਟ ਅਟਾਰਨੀ ਗਲੈਨ ਫੁੰਕ ਨੇ ਕਿਹਾ ਕਿ ਜੋਇਸੀ ਤੇ ਡੂਨ ਨਿਰਦੋਸ਼ ਨੇ। ਅਸੀਂ ਉਹਨਾਂ ਵੱਲੋਂ ਜੇਲ੍ਹ ਵਿੱਚ ਬਿਤਾਇਆ ਸਮਾਂ ਵਾਪਸ ਤਾਂ ਨਹੀਂ ਕਰ ਸਕਦੇ, ਪਰ ਅਸੀਂ ਉਹਨਾਂ ਦਾ ਮਾਣ ਸਨਮਾਨ ਤਾਂ ਬਹਾਲ ਕਰ ਸਕਦੇ ਹਾਂ। ਨਿਊਯਾਰਕ ਦੇ ਟਾਈਮ ਸਕੁਆਇਰ ਸਟੇਸ਼ਨ ਉੱਪਰ ਬੀਤੇ ਦਿਨ ਵਾਪਰੀ ਇੱਕ ਘਟਨਾ ਵਿੱਚ ਇੱਕ ਵਿਅਕਤੀ ਨੇ ਇੱਕ ਔਰਤ ਨੂੰ ਸਬਵੇ ਗੱਡੀ ਅੱਗੇ ਧੱਕਾ ਦੇ ਕੇ ਸੁੱਟ ਦਿੱਤਾ ਤੇ ਗੱਡੀ ਹੇਠ ਆਉਣ ਨਾਲ ਉਸ ਦੀ ਮੌਕੇ ਉੱਪਰ ਮੌਤ ਹੋ ਗਈ। ਪੁਲਿਸ ਕਮਿਸ਼ਨਰ ਕੀ ਚਾਂਟ ਸੇਵੈਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਘਟਨਾ ਲਈ ਜ਼ਿੰਮੇਵਾਰ ਸਮਝਿਆ ਜਾਂਦਾ ਵਿਅਕਤੀ ਮੌਕੇ ਉੱਪਰ ਫਰਾਰ ਹੋ ਗਿਆ, ਪਰੰਤੂ ਬਾਅਦ ਵਿੱਚ ਉਸਨੇ ਟ੍ਰਾਂਜ਼ਿਟ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ। 40 ਸਾਲਾ ਮ੍ਰਿਤਕ ਔਰਤ ਦੀ ਪਛਾਣ ਮਿਸ਼ੈਲ ਵਜੋਂ ਹੋਈ ਹੈ। ਉਹ ਗੱਡੀ ਦੀ ਉਡੀਕ ਕਰ ਰਹੀ ਸੀ ਕਿ ਇੱਕ ਸਿਰਫਿਰੇ ਵਿਅਕਤੀ ਨੇ ਉਸ ਨੂੰ ਧੱਕਾ ਦੇ ਕੇ ਸਦਾ ਦੀ ਨੀਂਦ ਸੁਆ ਦਿੱਤੀ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਘਟਨਾ ਬਿਨਾਂ ਕਿਸੇ ਭੜਕਾਹਟ ਦੇ ਵਾਪਰੀ ਹੈ ਤੇ ਘਟਨਾ ਤੋਂ ਪਹਿਲਾਂ ਪੀੜਤਾ ਦੀ ਕਥਿਤ ਦੋਸ਼ੀ ਨਾਲ ਕੋਈ ਕਹਾ ਸੁਣੀ ਨਹੀਂ ਹੋਈ ਸੀ। ਪਿਛਲੇ ਕੁਝ ਕੁ ਦਿਨਾਂ ਤੋਂ ਠੰਡ ਵਧਣ ਨਾਲ ਜਿੱਥੇ ਮੰਨਫੀ ਪਾਰਾ ਕਾਫੀ ਹੇਠਾਂ ਆਇਆ ਹੋਇਆ ਹੈ, ਉੱਥੇ ਹੀ ਨਦੀਆਂ, ਝੀਲਾਂ, ਨਾਲਿਆਂ ਤੇ ਪਾਣੀ ਦੇ ਹੋਰ ਸਰੋਤਾਂ ਦੀਆਂ ਉਤਲੀਆਂ ਤਹਿਾਂ ਜੰਮਣ ਕਾਰਨ ਜਿੱਥੇ ਪਾਣੀ ਵਿੱਚੋਂ ਭੋਜਨ ਖਾਣ ਵਾਲੇ ਜਾਨਵਰਾਂ, ਪੰਛੀਆਂ ਨੂੰ ਔਖਾਈ ਹੋ ਰਹੀ ਹੈ, ਉੱਥੇ ਲੋਕ ਆਪੋ ਆਪਣੇ ਇਲਾਕਿਆਂ ਵਿੱਚ ਪੈਂਦੀਆਂ ਨਦੀਆਂ, ਝੀਲਾਂ ਆਦਿ ਉੱਤੇ ਜੰਮੀ ਹੋਈ ਬਰਫ਼ ਤੇ ਖੇਡਾਂ ਖੇਡਣ ਜਾਣ ਵਾਲੀਆਂ ਖੇਡਾਂ ਵੀ ਖੇਡਦੇ ਨਜ਼ਰ ਆ ਰਹੇ ਨੇ। ਡੂੰਘੇ ਪਾਣੀਆਂ ਵਾਲੀਆਂ ਨਦੀਆਂ ਅਤੇ ਹੋਰ ਸਰੋਤਾਂ ਉੱਤੇ ਜੰਮੀਆਂ ਤਹੀਆਂ ਤੇ ਆਈਸ ਹਾਕੀ ਖੇਡਣ ਜਾਂ ਸਕੇਟਿੰਗ ਕਰਨਾ ਜਾਂ ਹੋਰ ਖੇਡਾਂ ਖੇਡਣਾ ਭਾਵੇਂ ਖਤਰੇ ਤੋਂ ਖਾਲੀ ਨਹੀਂ, ਪਰ ਬਹੁਤੇ ਲੋਕ ਰੁੱਤ ਦੀਆਂ ਖੇਡਾਂ ਦਾ ਲੁਤਫ ਲੈਣ 'ਚ ਰੁੱਝੇ ਹੋਏ ਦਿਖਾਈ ਦੇ ਰਹੇ ਨੇ। ਪ੍ਰਿੰਸ ਹੈਰੀ ਸ਼ਾਹੀ ਪਰਿਵਾਰ ਨਾਲੋਂ ਵੱਖ ਹੋ ਕੇ ਇਹਨਾਂ ਦਿਨਾਂ ਅਮਰੀਕਾ ਵਿੱਚ ਰਹਿ ਰਹੇ ਨੇ। ਬੀਤੇ ਦਿਨੀ ਪ੍ਰਿੰਸ ਹੈਰੀ ਨੇ ਯੂਕੇ ਦੀ ਆਪਣੀ ਫੇਰੀ ਦੌਰਾਨ ਆਪਣੇ ਅਤੇ ਆਪਣੇ ਪਰਿਵਾਰ ਦੀ ਪੁਲਿਸ ਸੁਰੱਖਿਆ ਲਈ ਭੁਗਤਾਨ ਬੰਦ ਕਰਨ ਦੇ ਗ੍ਰਹਿ ਦਫ਼ਤਰ ਦੇ ਫੈਸਲੇ ਤੇ ਕਾਨੂੰਨੀ ਕਾਰਵਾਈ ਕੀਤੀ ਹੈ। ਹੈਰੀ ਪਤਨੀ ਮੇਗਨ ਮਾਰਕਲ ਅਤੇ ਬੱਚਿਆਂ ਨਾਲ ਅਮਰੀਕਾ ਵਿੱਚ ਰਹਿੰਦੇ ਨੇ। ਹੈਰੀ ਨੇ ਸੁਰੱਖਿਆ ਨੂੰ ਲੈ ਕੇ ਸਰਕਾਰੀ ਵਿਭਾਗ ਦੇ ਫੈਸਲੇ ਖਿਲਾਫ ਹਾਈ ਕੋਰਟ 'ਚ ਨਿਆਇਕ ਸਮੀਖਿਆ ਲਈ ਪਟੀਸ਼ਨ ਦਾਇਰ ਕੀਤੀ ਹੈ। ਪ੍ਰਿੰਸ ਹੈਰੀ, ਜਿਸ ਨੇ ਸ਼ਾਹੀ ਪਰਿਵਾਰ ਨਾਲੋਂ ਨਾਤਾ ਤੋੜ ਲਿਆ ਹੈ, ਆਪਣੇ ਦੇਸ਼ ਦੇ ਭਵਿੱਖੀ ਦੌਰਿਆਂ ਦੌਰਾਨ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਖੁਦ ਖਰਚ ਕਰਨਾ ਚਾਹੁੰਦੇ ਨੇ। ਹੈਰੀ ਦੇ ਕਾਨੂੰਨੀ ਪ੍ਰਤੀਨਿਧੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਬ੍ਰਿਟੇਨ ਹਮੇਸ਼ਾ ਪ੍ਰਿੰਸ ਹੈਰੀ ਦਾ ਘਰ ਰਹੇਗਾ। ਹੈਰੀ ਅਤੇ ਉਸਦੇ ਪਰਿਵਾਰ ਲਈ ਪੁਲਿਸ ਸੁਰੱਖਿਆ ਜ਼ਰੂਰੀ ਹੈ। ਹੈਰੀ ਭਵਿੱਖ ਵਿੱਚ ਬ੍ਰਿਟੇਨ ਦੀ ਫੇਰੀ ਦੇ ਦੌਰਾਨ ਆਪਣੇ ਖਰਚ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਇੱਕ ਨਿੱਜੀ ਸੁਰੱਖਿਆ ਟੀਮ ਨੂੰ ਨਿਯੁਕਤ ਕਰਨ ਦਾ ਇਰਾਦਾ ਰੱਖਦੇ ਨੇ। ਸੁਰੱਖਿਆ ਦੀ ਘਾਟ ਕਾਰਨ ਹੈਰੀ ਅਤੇ ਉਸਦਾ ਪਰਿਵਾਰ ਬ੍ਰਿਟੇਨ ਵਾਪਸ ਨਹੀਂ ਆ ਸਕਦਾ। ਮਹਾਰਾਣੀ ਐਲਿਜ਼ਾਬੈਥ II ਦੇ ਪੋਤੇ ਹੈਰੀ ਨੇ ਕਿਹਾ ਕਿ ਅਮਰੀਕਾ ਵਿੱਚ ਉਹਨਾਂ ਦੀ ਨਿੱਜੀ ਸੁਰੱਖਿਆ ਟੀਮ ਨੂੰ ਯੂਕੇ ਦੀ ਖੁਫੀਆ ਜਾਣਕਾਰੀ ਤੱਕ ਪਹੁੰਚੀ ਨਹੀਂ ਹੈ। ਇਸ ਵਿਚਕਾਰ ਬ੍ਰਿਟਿਸ਼ ਸਰਕਾਰ ਦੇ ਬੁਲਾਰੇ ਨੇ BBC ਨੂੰ ਦੱਸਿਆ ਕਿ ਦੇਸ਼ ਦੀ ਸੁਰੱਖਿਆ ਪ੍ਰਣਾਲੀ ਸਖਤ ਅਤੇ ਸੰਤੁਲਿਤ ਹੈ। ਇਹ ਸਾਡੀ ਨੀਤੀ ਹੈ ਕਿ ਉਹਨਾਂ ਪ੍ਰਬੰਧਨਾਂ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਨਾ ਕਰੀਏ। ਅਜਿਹਾ ਕਰਨ ਨਾਲ ਵਿਅਕਤੀ ਦੀ ਸੁਰੱਖਿਆ ਪ੍ਰਭਾਵਿਤ ਹੋ ਸਕਦੀ ਹੈ। ਦੂਜੇ ਪਾਸੇ ਪਿਛਲੇ ਮਹੀਨੇ ਪ੍ਰਿੰਸ ਹੈਰੀ ਦੀ ਪਤਨੀ ਮੇਗਨ ਮਾਰਕਲ ਨੇ ਇੱਕ ਅਖਬਾਰ ਵਿਰੁੱਧ ਨਿਜਤਾ ਦਾ ਮੁਕੱਦਮਾ ਜਿੱਤਿਆ ਸੀ। ਇਹ ਮੁਕੱਦਮਾ ਉਸਦੇ ਵਿਛੜੇ ਪਿਤਾ ਨੂੰ ਚਿੱਠੀਆਂ ਪ੍ਰਕਾਸ਼ਿਤ ਕਰਕੇ ਉਸਦੇ ਨਿੱਜੀ ਮਾਮਲਿਆਂ ਨੂੰ ਜਨਤਕ ਕਰਨ ਨਾਲ ਸੰਬੰਧਿਤ ਸੀ। ਪਾਕਿਸਤਾਨ ਦੇ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਆਫ ਪੰਜਾਬ ਵੱਲੋਂ ਪਾਕਿਸਤਾਨੀ ਯਾਤਰੂ ਅਤੇ ਸੈਲਾਨੀਆਂ ਲਈ ਲਾਹੌਰ ਤੋਂ ਜ਼ਿਲ੍ਹਾ ਨਾਰੋਵਾਲ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ
ਡਬਲ ਡੈਕਰ ਬੱਸ ਸੇਵਾ ਸ਼ੁਰੂ ਕਰਨ ਦੇ ਕੀਤੇ ਐਲਾਨ ਦੇ ਬਾਵਜੂਦ ਯਾਤਰੂਆਂ ਨੇ ਉਕਤ ਬੱਸ ਦੀ ਬੁਕਿੰਗ ਲਈ ਵਿਸ਼ੇਸ਼ ਰੁਚੀ ਨਹੀਂ ਦਿਖਾਈ, ਜਿਸ ਕਾਰਨ TDCP ਵੱਲੋਂ ਡਬਲ ਡੈਕਰ ਬੱਸ ਦੀ ਜਗ੍ਹਾ ਮੈਟਾਡੋਰ ਤੇ ਪਾਕਿਸਤਾਨੀ ਯਾਤਰੂ ਅਤੇ ਸੈਲਾਨੀਆਂ ਨੂੰ ਲਾਹੌਰ ਤੋਂ ਕਰਤਾਰਪੁਰ ਟਰਮੀਨਲ 1 ਤੇ ਪਹੁੰਚਾਇਆ ਗਿਆ। ਕਰਤਾਰਪੁਰ ਮੈਨੇਜਮੈਂਟ ਯੂਨਿਟ ਦੇ CEO ਮੁਹੰਮਦ ਲਤੀਫ ਨੇ ਦੱਸਿਆ ਹੈ ਕਿ ਲਾਹੌਰ ਤੋਂ ਆਉਣ ਵਾਲੇ ਯਾਤਰੂਆਂ ਦੀ ਗਿਣਤੀ 'ਚ ਵਾਧਾ ਹੋਣ ਤੇ TDCP ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਲਈ ਸ਼ੁਰੂਆਤ 'ਚ ਇੱਕ ਡਬਲ ਡੈਕਰ ਬੱਸ ਸ਼ੁਰੂ ਕੀਤੀ ਜਾਏਗੀ ਅਤੇ ਬਾਅਦ 'ਚ ਯਾਤਰੂਆਂ ਦੀ ਮੰਗ ਨੂੰ ਵੇਖਦਿਆਂ ਬੱਸਾਂ ਦੀ ਗਿਣਤੀ ਵਧਾ ਦਿੱਤੀ ਜਾਏਗੀ। ਉਹਨਾਂ ਨੇ ਦੱਸਿਆ ਕਿ ਲਾਹੌਰ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਇੱਕ ਦਿਨ ਦੇ ਟੂਰ ਲਈ ਯਾਤਰੂਆਂ ਨੂੰ 2500 ਰੁਪਏ ਭਾਰਤ ਕਰੰਸੀ ਮੁਤਾਬਕ 1250 ਰੁਪਏ ਪ੍ਰਤੀ ਯਾਤਰੂ ਸਫ਼ਰ ਖਰਚਾ ਦੇਣਾ ਹੋਏਗਾ। ਇਹ ਰੋਜ਼ਾਨਾ ਸਵੇਰੇ ਲਾਹੌਰ ਦੀ ਫਿਰੋਜ਼ਪੁਰ ਰੋਡ ਸਥਿਤ ਗਦਾਫੀ ਸਟੇਡੀਅਮ ਦੇ ਨਜ਼ਦੀਕ ਤੋਂ ਰਵਾਨਾ ਹੋਏਗੀ ਅਤੇ ਯਾਤਰੂਆਂ ਨੂੰ ਕਰਤਾਰਪੁਰ ਕੋਰੀਡੋਰ ਟਰਮੀਨਲ ਵਿਖੇ ਛੱਡਿਆ ਜਾਏਗਾ, ਜਦਕਿ ਬ੍ਰਿਓ ਇੰਟਰਨੈਸ਼ਨਲ ਕੰਪਨੀ ਵੱਲੋਂ 22 ਜਨਵਰੀ ਤੋਂ ਸ਼ੁਰੂ ਕੀਤੀ ਜਾਣ ਵਾਲੀ ਡਬਲ ਡੈਕਰ ਬੱਸ ਸੇਵਾ ਦੇ ਪ੍ਰਤੀ ਯਾਤਰੂ 2800 ਰੁਪਏ ਭਾਰਤ ਕਰੰਸੀ ਮੁਤਾਬਕ ਲਗਭਗ 1400 ਰੁਪਏ ਲਏ ਜਾਣਗੇ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਖੇ ਇੱਕ ਹੋਰ ਅੰਤਰਰਾਸ਼ਟਰੀ ਵਿਦਿਆਰਥੀ ਸਿਮਰਜੀਤ ਸਿੰਘ ਦਹੇਲ ਦੀ ਮੌਤ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਨੌਜਵਾਨ 2 ਸਾਲ ਪਹਿਲਾਂ ਹੀ ਪੜ੍ਹਾਈ ਲਈ ਕੈਨੇਡਾ ਆਇਆ ਸੀ ਅਤੇ ਸਿਰਫ 19 ਸਾਲਾਂ ਦਾ ਸੀ। ਸੂਤਰਾਂ ਮੁਤਾਬਕ ਸਿਮਰਜੀਤ ਸਿੰਘ ਦਹੇਲ ਦੀ ਲਾਸ਼ ਐਲੈਕਸ ਫਰੇਜ਼ਰ ਬ੍ਰਿਜ ਦੇ ਪਾਣੀ 'ਚੋਂ ਮਿਲੀ ਹੈ ਅਤੇ ਪੁਲਿਸ ਘਟਨਾ ਦੇ ਸਾਰੇ ਪੱਖਾਂ ਤੋਂ ਜਾਂਚ ਕਰ ਰਹੀ ਹੈ। ਇਹ ਘਟਨਾ 14 ਜਨਵਰੀ ਵਾਲੀ ਰਾਤ ਦੀ ਦੱਸੀ ਜਾ ਰਹੀ ਹੈ। ਨੌਜਵਾਨ ਦਾ ਪਿਛੋਕੜ ਪੰਜਾਬ ਦੇ ਸ਼ਹਿਰ ਲੁਧਿਆਣਾ ਦੇ ਨਾਲ ਹੈ। ਨੌਜਵਾਨਾਂ ਦੇ ਦੋਸਤਾਂ ਵੱਲੋਂ ਉਸ ਦੇ ਅੰਤਮ ਸੰਸਕਾਰ ਲਈ ਫੰਡ ਰੇਜ਼ਿੰਗ ਦਾ ਪ੍ਰਬੰਧ ਕੀਤਾ ਗਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਵੱਖ-ਵੱਖ ਕਾਰਨਾਂ ਕਰਕੇ ਹਰ ਹਫ਼ਤੇ ਹੀ ਅੰਤਰਰਾਸ਼ਟਰੀ ਵਿਦਿਆਰਥੀ ਬਾਬਤ ਇਹੋ ਜਿਹੀਆਂ ਮੰਦਭਾਗੀਆਂ ਖਬਰਾਂ ਸਾਹਮਣੇ ਆਉਣ ਦਾ ਸਿਲਸਿਲਾ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ, ਜਿਸ ਬਾਬਤ ਭਾਈਚਾਰਾ ਵੀ ਚਿੰਤਤ ਹੈ। ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਦੇ ਵਧੇਰੇ ਇਲਾਕਿਆਂ ਵਿੱਚ ਕੁੜੀ ਨੂੰ 7ਵੀਂ ਤੋਂ ਬਾਅਦ ਸਕੂਲ ਜਾਣ ਤੇ ਪਾਬੰਦੀ ਲਾ ਦਿੱਤੀ ਗਈ ਸੀ, ਪਰ ਹੁਣ ਦੇਸ਼ ਦੇ ਨਵੇਂ ਤਾਲਿਬਾਨ ਸ਼ਾਸਕਾਂ ਦਾ ਕਹਿਣਾ ਹੈ ਕਿ ਉਹ ਮਾਰਚ ਦੇ ਅਖੀਰ ਤੱਕ ਅਫਗਾਨਿਸਤਾਨ ਵਿੱਚ ਕੁੜੀਆਂ ਲਈ ਸਾਰੇ ਸਕੂਲ ਖੋਲ੍ਹ ਸਕਦੇ ਨੇ। ਤਾਲਿਬਾਨ ਦੇ ਬੁਲਾਰੇ ਨੇ ਅੰਤਰਰਾਸ਼ਟਰੀ ਭਾਈਚਾਰੇ ਦੀ ਇੱਕ ਵੱਡੀ ਮੰਗ ਦੇ ਸੰਦਰਭ ਵਿੱਚ ਸ਼ਨੀਵਾਰ ਨੂੰ ਐਸੋਸੀਏਟਿਡ ਪ੍ਰੈਸ ਨਾਲ ਪਹਿਲੀ ਵਾਰ ਇੱਕ ਤੈਅ ਸੀਮਾ ਸਾਂਝੀ ਕੀਤੀ। ਦੱਸ ਦਈਏ ਕਿ ਅੰਤਰਰਾਸ਼ਟਰੀ ਭਾਈਚਾਰਾ ਤਾਲਿਬਾਨ ਵੱਲੋਂ ਚਲਾਈ ਗਈ ਸਰਕਾਰ ਨੂੰ ਰਸਮੀ ਤੌਰ ਤੇ ਮਾਨਤਾ ਦੇਣ ਲਈ ਤਿਆਰ ਨਹੀਂ ਜਾਪਦਾ ਅਤੇ ਡਰਦਾ ਹੈ ਕਿ ਉਹੀ ਸਖਤ ਕਦਮ ਚੁੱਕ ਸਕਦੇ ਨੇ ਜੋ 20 ਸਾਲ ਪਹਿਲਾਂ ਉਹਨਾਂ ਦੀ ਪਿਛਲੀ ਸਰਕਾਰ ਦੌਰਾਨ ਲਾਗੂ ਸਨ। ਉਸ ਸਮੇਂ ਔਰਤਾਂ ਤੇ ਸਿੱਖਿਆ, ਕੰਮ ਅਤੇ ਜਨਤਕ ਜੀਵਨ ਤੇ ਪਾਬੰਦੀ ਲਾ ਦਿੱਤੀ ਗਈ ਸੀ। ਤਾਲਿਬਾਨ ਦੇ ਸੱਭਿਆਚਾਰ ਅਤੇ ਸੂਚਨਾ ਦੇ ਉਪ ਮੰਤਰੀ ਜ਼ਬੀਹੁੱਲਾ ਮੁਜਾਹਿਦ ਨੇ ਕਿਹਾ ਕਿ ਉਹਨਾਂ ਦਾ ਸਿੱਖਿਆ ਵਿਭਾਗ 21 ਮਾਰਚ ਤੋਂ ਸ਼ੁਰੂ ਹੋਣ ਵਾਲੇ ਅਫਗਾਨ ਨਵੇਂ ਸਾਲ ਤੋਂ ਬਾਅਦ ਸਾਰੀਆਂ ਲੜਕੀਆਂ ਅਤੇ ਔਰਤਾਂ ਲਈ ਕਲਾਸਾਂ ਖੋਲ੍ਹਣਾ ਚਾਹੁੰਦਾ ਹੈ। ਅਫਗਾਨਿਸਤਾਨ ਗੁਆਂਢੀ ਈਰਾਨ ਵਾਂਗ ਇਸਲਾਮੀ ਸੂਰਜੀ ਹਿਜਰੀ ਸ਼ਮਸੀ ਕੈਲੰਡਰ ਨੂੰ ਮੰਨਦਾ ਹੈ। ਮੁਜਾਹਿਦ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਕੁੜੀਆਂ ਅਤੇ ਔਰਤਾਂ ਲਈ ਸਿੱਖਿਆ ਯੋਗਤਾ ਦਾ ਸਵਾਲ ਹੈ। ਉਹਨਾਂ ਨੇ ਅੱਗੇ ਕਿਹਾ ਕਿ ਮੁੰਡਿਆਂ ਅਤੇ ਕੁੜੀਆਂ ਲਈ ਸਕੂਲਾਂ ਵਿੱਚ ਪੂਰੀ ਤਰ੍ਹਾਂ ਵੱਖਰੇ ਪ੍ਰਬੰਧ ਹੋਣੇ ਚਾਹੀਦੇ ਨੇ। ਉਹਨਾਂ ਨੇ ਕਿਹਾ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਰੁਕਾਵਟ ਲੋੜੀਂਦੇ ਹੋਸਟਲਾਂ ਨੂੰ ਲੱਭਣਾ ਜਾਂ ਬਚਾਉਣਾ ਹੈ ਅਤੇ ਜਿੱਥੇ ਕੁੜੀਆਂ ਸਕੂਲ ਜਾਣ ਸਮੇਂ ਰਹਿ ਸਕਣ। UK ਦੂਸਰੇ ਦੇਸ਼ਾਂ ਤੋਂ ਵਾਪਸ ਪਰਤਣ ਵਾਲੇ ਲੋਕਾਂ ਲਈ ਇਸ ਮਹੀਨੇ ਦੇ ਅੰਤ ਤੱਕ ਲਾਜ਼ਮੀ PCR ਟੈਸਟ ਰਿਪੋਰਟ ਦੀ ਮਾਨਤਾ ਖਤਮ ਕਰ ਦੇਗਾ, ਜਿਨ੍ਹਾਂ ਦਾ ਪੂਰਨ ਟੀਕਾਕਰਨ ਕੀਤਾ ਜਾ ਚੁੱਕਾ ਹੈ। ਬ੍ਰਿਟੇਨ ਦੇ ਟਰਾਂਸਪੋਰਟ ਮੰਤਰੀ ਗ੍ਰਾਂਟ ਸ਼ੈਂਪਸ ਦੇ ਕਰੀਬੀ ਸੂਤਰ ਦੇ ਹਵਾਲੇ ਨਾਲ ਦ ਟਾਈਮਜ਼ ਨੇ ਐਤਵਾਰ ਨੂੰ ਇਹ ਗੱਲ ਕਹੀ। ਮੀਡੀਆ ਦੇ ਮੁਤਾਬਕ ਸੂਤਰਾਂ ਨੇ ਦੱਸਿਆ ਕਿ ਇਸ ਮਹੀਨੇ ਦੇ ਅੰਤ ਤੱਕ ਪੂਰਨ ਟੀਕਾਕਰਨ ਵਾਲਿਆਂ ਦੇ ਲਈ ਵਾਪਸ ਪਰਤਣ ਤੇ PCR ਟੈਸਟ ਦੀ ਰਿਪੋਰਟ ਦਾ ਜ਼ਰੂਰੀ ਹੋਣਾ ਇਸ ਨਿਯਮ ਨੂੰ ਖਤਮ ਕਰਨ ਉੱਪਰ ਵਿਚਾਰ ਕੀਤਾ ਜਾ ਰਿਹਾ। ਹੋ ਸਕਦਾ ਹੈ ਕਿ ਜਨਵਰੀ ਤੋਂ ਪਹਿਲਾਂ ਪਲਾਨ ਬਾਰੇ ਕੋਈ ਵਿਚਾਰ ਕੀਤਾ ਜਾਵੇ। ਅਖਬਾਰ ਦੇ ਮੁਤਾਬਕ ਇਸ ਕਦਮ ਨਾਲ ਬ੍ਰਿਟਿਸ਼ ਪਰਿਵਾਰ ਨੂੰ ਸੈਂਕੜੇ ਪਾਉਂਡ ਦਾ ਬਚਤ ਹੋਏਗੀ। ਇਸ ਨਾਲ ਸੈਰ ਸਪਾਟਾ ਉਦਯੋਗ ਨੂੰ ਵੀ ਮੁੜ ਪਟਰੀ ਤੇ ਲਿਆਉਣ ਦੀ ਮਦਦ ਮਿਲੇਗੀ। ਪੂਰਨ ਟੀਕਾਕਰਨ ਹੋਏ ਲੋਕਾਂ ਲਈ ਲਾਜ਼ਮੀ PCR ਟੈਸਟ ਦਾ ਹੋਣਾ ਨਿਯਮ ਨੂੰ ਖਤਮ ਕਰਨ ਦੇ ਨਾਲ ਹੋਰ ਪਾਬੰਦੀਆਂ ਤੇ ਵੀ ਢਿੱਲ ਮਿਲ ਸਕਦੀ ਹੈ। ਇਸ ਨਾਲ ਦੁਕਾਨਾਂ ਤੇ ਟਰਾਂਸਪੋਰਟ ਨੂੰ ਸ਼ੁਰੂ ਕਰਨਾ, ਫੇਸ ਮਾਸਕ ਨੂੰ ਪਹਿਨਣਾ ਆਦਿ ਖਤਮ ਕਰਨਾ ਸ਼ਾਮਲ ਹੈ। ਤੁਹਾਨੂੰ ਦੱਸ ਦਈਏ ਕਿ ਕ੍ਰਿਸਮਸ ਤੋਂ ਪਹਿਲਾਂ ਬ੍ਰਿਟੇਨ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਉਛਾਲ ਆਇਆ ਸੀ। 7 ਦਸੰਬਰ ਨੂੰ ਅਧਿਕਾਰੀਆਂ ਨੇ ਦੇਸ਼ ਵਿੱਚ ਦਾਖਲ ਹੋਣ ਵਾਲੇ 12 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਲਈ ਨਵੇਂ ਓਮਿਕਰੌਨ ਇਨਫੈਕਸ਼ਨ ਫੈਲਣ ਦੇ ਵਿਚਕਾਰ
ਕੋਵਿਡ-19 ਲਈ ਟੈਸਟਿੰਗ ਦੀ ਨੈਗੇਟਿਵ ਰਿਪੋਰਟ ਜਮ੍ਹਾਂ ਕਰਵਾਉਣਾ ਲਾਜ਼ਮੀ ਕਰ ਦਿੱਤਾ ਸੀ। ਇਨ੍ਹਾਂ ਨਿਯਮਾਂ ਦੇ ਅਨੁਸਾਰ ਸਾਰੇ ਯਾਤਰੀਆਂ ਨੂੰ ਉਹਨਾਂ ਦੇ ਪਹੁੰਚਣ ਤੋਂ 48 ਘੰਟੇ ਪਹਿਲਾਂ ਨੈਗੇਟਿਵ PCR ਜਮ੍ਹਾਂ ਕਰਵਾਉਣਾ ਪੈਂਦਾ ਸੀ। 8 ਦਸੰਬਰ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਐਲਾਨ ਕੀਤਾ ਹੈ ਕਿ ਦੇਸ਼ ਪਲਾਨ B ਦਾ ਸ਼ੁਰੂਆਤ ਕਰੇਗਾ। ਇਸ ਦੌਰਾਨ ਲੋਕਾਂ ਨੂੰ ਘਰਾਂ ਤੋਂ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ ਤੇ ਮਾਸਕ ਜ਼ਰੂਰੀ ਕਰ ਦਿੱਤਾ ਗਿਆ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਬਰਨ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।